ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਆਪ ਨੇ ਇਸ ਵਚਨ ਦਾ ਅਧਿਐਨ ਕਰਦੇ ਹੋਏ ਸਾਨੂੰ 475ਵੇਂ ਪਰਮੇਸ਼ਰ ਦਾ ਸਤਰ ਦੇ ਵਿੱਚ ਲਿਆਂਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਆਪ ਦੀ ਸਿੱਖਿਆ ਸਾਡੇ ਲਈ ਪਰਮੇਸ਼ਰ ਪਿਤਾ ਲਾਭਦਾਇਕ ਹੈ ਅਤੇ ਸਾਨੂੰ ਦਿਨ ਪ੍ਰਤੀ ਦਿਨ ਆਪ ਦੇ ਨੇੜੇ ਆਉਣ ਦੇ ਲਈ ਔਰ ਆਪ ਦੇ ਮਿਲਾਪ ਦੇ ਵਿੱਚ ਅੱਗੇ ਵਧਣ ਦੇ ਲਈ ਸਾਡੀ ਮਦਦ ਕਰਦੀ ਹੈ, ਜਿਸ ਦੇ ਨਾਲ ਅਸੀਂ ਤੇਰੀਆਂ ਪਰਮੇਸ਼ਰ ਦਾ ਗੁਰ ਭੇਤ ਦੀਆਂ ਗੱਲਾਂ ਨੂੰ ਸਿੱਖਦੇ ਹੋਏ ਤੇਰੇ ਰਾਜ ਵਿੱਚ ਪਾਏ ਜਾਂਦੇ ਹਾਂ। ਅਜਿਹਾ ਆਪ ਨੇ ਹੁਣ ਤੱਕ ਸਾਡਾ ਕੀਤਾ ਹੈ, ਉਸ ਦੇ ਲਈ ਧੰਨਵਾਦ। ਪਰਮੇਸ਼ਰ ਪਿਤਾ, ਹੁਣ ਜਦੋਂ ਅਸੀਂ ਤੇਰੇ ਵਚਨ ਦੇ ਵਿੱਚ ਫੇਰ ਅੱਜ ਬੋਲਾਹਟ ਦੇ ਉਸ ਅੰਤਿਮ ਚਰਨਾਂ ਦੇ ਵਿੱਚ ਗੱਲ ਕਰ ਰਹੇ ਹਾਂ, ਤਾਂ ਸਾਨੂੰ ਸਿੱਖਣ ਅਤੇ ਸਮਝਣ ਦੇ ਲਈ ਸਾਡੀ ਮਦਦ ਕਰੀ। ਸੁਣਨ ਵਾਲਿਆਂ ਨੂੰ ਅਤੇ ਬੋਲਣ ਵਾਲਿਆਂ ਨੂੰ ਦੋਨਾਂ ਨੂੰ ਆਪਣੀ ਬਰਕਤ ਦੇਈ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਿਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਸੀਸ, ਮੈਂ ਜੋ ਬੋਲਾਹਟ ਦਾ ਦੱਸਿਆ ਸੀ ਕਿ ਸਾਨੂੰ ਜਦੋਂ ਪਰਮੇਸ਼ਰ ਬੁਲਾਉਂਦਾ ਹੈ ਤਾਂ ਉਸ ਵਿੱਚ ਸਾਡੇ ਵਿੱਚ ਕਿਹੜੀਆਂ ਗੱਲਾਂ ਹੋਣੀਆਂ ਚਾਹੀਦੀਆਂ। ਜਦੋਂ ਅਸੀਂ ਉਹਨਾਂ ਗੱਲਾਂ ਦੇ ਨਾਲ ਆਪਣੇ ਜੀਵਨ ਨੂੰ ਵੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਦੀ ਬੁਲਾਹਟ ਮੇਰੇ ਜੀਵਨ ਦੇ ਵਿੱਚ ਸੱਚੀ ਹੈ। ਕੱਲ ਅਸੀਂ ਅੰਤਿਮ ਗੱਲ ਦੇਖੀ ਸੀ, ਸਰਵੱਗ ਤਿਆਗਣਾ, ਔਰ ਇਸ ਵਿੱਚ ਸਭ ਕੁਝ ਆ ਜਾਂਦਾ ਹੈ। ਔਰ ਜਿਹੜਾ ਇਸ ਤਰ੍ਹਾਂ ਕਰਦਾ ਹੈ ਉਹ ਸੱਚਮੁੱਚ ਪਰਮੇਸ਼ਰ ਦੇ ਚੁਣੇ ਹੋਏ ਕਾਰਜਾਂ ਦੇ ਲਈ ਨਿਯੁਕਤ ਹੈ। ਔਰ ਮੈਂ ਇਸ ਗੱਲ ਨੂੰ ਸ਼ੁਰੂ ਕੀਤਾ ਸੀ 4:11 ਵਿੱਚ। ਇੱਥੇ ਲਿਖਿਆ ਹੈ, ਉਹਨੇ ਪ੍ਰਚਾਰਕ ਕਈਆਂ ਨੂੰ ਪਾਸਵਾਨ, ਕਈਆਂ ਨੂੰ ਉਸਤਾਦ ਕਰਕੇ ਦੇ ਦਿੱਤਾ ਤਾਂ ਜੋ ਸੇਵਕਾਈ ਦਾ ਕੰਮ ਦੇ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹ ਉਸਰਤੀ ਜਾਵੇ। ਸੰਤ ਮਤਲਬ ਵਿਸ਼ਵਾਸੀ। ਸੰਤ ਸ਼ਬਦ ਦਾ ਬਹੁਤ ਸਾਰੇ ਲੋਕ ਗਲਤ ਸ਼ਬਦ ਅੱਜ ਕੱਲ੍ਹ ਦੇ ਵਿੱਚ ਯੂਜ਼ ਕਰ ਰਹੇ ਆ। ਸੰਤ ਦਾ ਮਤਲਬ ਕਈ ਲੋਕ ਪਾਸਵਾਨ, ਜਿਹੜਾ ਪ੍ਰਚਾਰਕ ਹੈ, ਉਹਨੂੰ ਸਮਝਦੇ ਆ ਤੇ ਬਾਕੀ ਕਿਸੇ ਨੂੰ ਨਹੀਂ ਸਮਝਦੇ। ਮੈਂ ਸਮਝਦਾ ਹਾਂ ਸਾਡੇ ਪੰਜਾਬ ਦੇ ਵਿੱਚ ਇਸ ਗੱਲ ਦੇ ਵਿੱਚ ਵਿਸ਼ਵਾਸੀਆਂ ਦੇ ਵਿੱਚ ਇੱਕ ਬਹੁਤ ਗਲਤ ਧਾਰਨਾ ਚੱਲ ਗਈ ਹੈ, ਸਾਡੇ ਸੰਤਾਂ ਨੇ ਆਉਣਾ ਜੀ, ਸਾਡੇ ਸੰਤ ਨੇ ਆਉਣਾ। ਸੰਤ ਕੌਣ ਹੈ? ਸੰਤ ਇੱਕ ਬਲੀਵਰ ਹੈ ਜਿਸ ਨੇ ਤੌਬਾ ਕੀਤੀ ਹੋਈ ਹੈ, ਜਿਸ ਨੇ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕੀਤਾ ਹੋਇਆ ਹੈ, ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਕੱਟਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ, ਹੁਣ ਉਹ ਮੇਰਾ ਪ੍ਰਭੂ। ਉਹ ਪ੍ਰਭੂ ਦੀ ਨਜ਼ਰ ਦੇ ਵਿੱਚ ਸੰਤ ਹੈ। ਜਿਹੜਾ ਤੁਹਾਨੂੰ ਸਿਖਾਉਣ ਵਾਲਾ ਹੈ, ਜਿਹੜਾ ਤੁਹਾਨੂੰ ਅਗਵਾਈ ਕਰਨ ਵਾਲਾ ਹੈ, ਜਿਹੜਾ ਤੁਹਾਡੇ ਵਿੱਚ ਆਗੂ ਹੈ, ਉਹਨੂੰ ਪ੍ਰਚਾਰਕ ਕਿਹਾ ਜਾਂਦਾ ਹੈ, ਜਾਂ ਉਸ ਨੂੰ ਐਲਡਰ ਕਰਕੇ ਜਾਂ ਬਜ਼ੁਰਗ ਕਿਹਾ ਜਾਂਦਾ, ਜਾਂ ਜਿਹੜਾ ਆਪਣਾ ਕਲੀਸਿਆਈ ਸੇਵਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਉਸ ਨੂੰ ਡੀਕਨ ਕਿਹਾ ਜਾਂਦਾ ਹੈ। ਅਸੀਂ ਆਪਣੇ ਜੀਵਨ ਦੇ ਵਿੱਚ ਜਦੋਂ ਵੀ ਕੋਈ ਆਪਣਾ ਗੱਲ ਕਰੇ ਸੰਤ, ਤਾਂ ਸੰਤ ਦਾ ਮਤਲਬ ਕਲੀਸਿਆ ਦੀ ਸਾਰੀ ਪਵਿੱਤਰ ਮੰਡਲੀ, ਉਸ ਨੂੰ ਸੰਤ, ਪੰਜਾਬੀ ਵਰਡ ਦੇ ਵਿੱਚ, ਗੁਰਮੁਖੀ ਦੇ ਵਿੱਚ ਜਿਹੜੇ ਪਵਿੱਤਰ ਕੀਤੇ ਹੋਏ ਲੋਕ ਹੈ ਉਹਨਾਂ ਨੂੰ ਸੰਤ ਆਖਿਆ ਗਿਆ ਹੈ। ਅਸੀਂ ਉਹਨੂੰ ਸੰਤ ਆਖਣਾ ਹੈ। ਔਰ ਦੂਸਰੀ ਗੱਲ, ਮੈਂ ਆਪਣੇ ਇਸ ਚੈਪਟਰ ਦੇ ਵਿੱਚ ਆਪਣਾ ਜੋ ਸਾਡਾ ਅਧਿਐਨ ਹੈ ਉਸ ਦੇ ਵਿੱਚ ਆਵਾਂਗਾ। ਇੱਥੇ ਆਪਣਾ ਜਿਹੜਾ ਪੌਲਸ ਹੈ ਉਹ ਕਲੀਸਿਆ ਦੀ ਉન્નਤੀ ਦੇ ਬਾਰੇ, ਜੋ ਪਹਿਲੇ ਸਮੇਂ ਦੇ ਵਿੱਚ ਸੀ, ਪਹਿਲੀ ਸ਼ਤਾਬਦੀ ਦੇ ਵਿੱਚ ਸੀ, ਉਹਦੇ ਬਾਰੇ ਇੱਥੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇੱਥੇ ਉਹ ਕੀ ਕਹਿ ਰਿਹਾ ਹੈ? ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਵਾਨ, ਕਈਆਂ ਨੂੰ ਉਸਤਾਦ ਕਰਕੇ ਦਿੱਤਾ ਹੈ। ਇਹ ਬੜੀ ਗੰਭੀਰ ਗੱਲ ਹੈ, ਇਸ ਨੂੰ ਅਸੀਂ ਸਮਝਣਾ ਹੈ। ਜਦੋਂ ਅਸੀਂ ਇਸ ਨੂੰ ਸਮਝਣਾ ਹੈ ਤਾਂ ਮੈਂ ਸਮਝਦਾ ਹਾਂ ਕਿ ਅਸੀਂ ਜਦੋਂ ਅਫਸੀਆਂ ਦੀ ਪੁਸਤਕ ਉਸ ਦਾ 20 ਅਧਿਆਏ ਆਉਂਦੇ ਆ ਤਾਂ ਅਸੀਂ ਇੱਥੇ ਧਿਆਨ ਨਾਲ ਪੜ੍ਹਦੇ ਹਾਂ। 20 ਦੇ ਵਿੱਚ ਲਿਖਿਆ, ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਆ। ਧਿਆਨ ਨਾਲ ਸੁਣਨਾ, ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਆ। ਇਹਦਾ ਮਤਲਬ ਹੈ ਜਦੋਂ ਮਕਾਨ ਬਣਦਾ ਹੈ ਤਾਂ ਉਸ ਦੇ ਵਿੱਚ ਮਕਾਨ ਨੂੰ ਸਥਿਰ ਰੱਖਣ ਦੇ ਲਈ ਇੰਪੋਰਟੈਂਸ ਕੀ ਹੈ? ਇੰਪੋਰਟੈਂਸ ਕੀ ਹੈ ਉਹ ਸਾਨੂੰ ਸਮਝਣਾ ਹੈ। ਇੰਪੋਰਟੈਂਸ ਹੈ ਨੀਂਹ। ਜੇ ਅਸੀਂ ਇਸ ਨੀਂਹ ਨੂੰ ਨਹੀਂ ਸਮਝ ਸਕੇ ਹਾਂ ਤਾਂ ਅਸੀਂ ਕਦੇ ਵੀ ਇਸ ਵਚਨ ਨੂੰ ਨਹੀਂ ਸਮਝ ਸਕਾਂਗੇ। ਜਿੱਥੇ ਪੌਲਸ ਰਸੂਲ ਇੱਥੇ ਗੱਲ ਕਰ ਰਿਹਾ ਹੈ ਕਿ ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ,
ਇਹ ਪਹਿਲੇ ਦੋ ਆਪਣਾ ਜਿਹੜੇ ਪਾਠ ਆ ਰਹੇ ਆ, ਔਰ ਉਸ ਤੋਂ ਬਾਅਦ ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਵਾਨ ਅਤੇ ਉਸਤਾਦ ਕਰਕੇ। ਨਬੀ ਅਤੇ ਰਸੂਲ ਇਸ ਵੇਲੇ ਕਿੱਥੇ ਹੈ, ਸਾਨੂੰ ਇਹ ਸਮਝਣਾ ਹੈ। ਬੜਾ ਧਿਆਨ ਦੇ ਨਾਲ ਸਮਝਣ ਵਾਲਾ ਵਚਨ ਹੈ। ਰਸੂਲ ਕੌਣ ਹੈ? ਰਸੂਲ ਉਹ ਹੈ ਜਿਨ੍ਹਾਂ ਨੇ ਹੂਬਹੂ ਯਿਸੂ ਮਸੀਹ ਦੇ ਸਮੇਂ ਦੇ ਵਿੱਚ, ਜਿਨ੍ਹਾਂ ਨੇ ਉਹਦੇ ਕੋਲੋਂ ਵਾਸਤਵਿਕ ਸਿੱਖਿਆ ਪ੍ਰਾਪਤ ਕੀਤੀ ਹੈ, ਔਰ ਉਹਦੇ ਆਪਣਾ ਉਹਨਾਂ ਨੇ ਸੇਵਕਾਈ ਦੇ ਸਮੇਂ ਨੂੰ ਦੇਖਿਆ ਹੈ, ਉਸਦੇ ਦਫਨ ਕੀਤੇ ਹੋਏ ਸਮੇਂ ਨੂੰ ਦੇਖਿਆ, ਅਤੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਜ਼ਿੰਦਾ ਆਕਾਸ਼ ਦੇ ਉੱਤੇ ਜਾਂਦਿਆਂ ਦੇਖਿਆ। ਉਹਨਾਂ ਨੂੰ ਕਹਿੰਦੇ ਆ ਰਸੂਲ। ਉਹਨਾਂ ਨੇ ਸਿੱਧੀ ਪ੍ਰੇਰਣਾ, ਸਿੱਧਾ ਪ੍ਰਕਾਸ਼ਨ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ ਪਾਇਆ, ਉਹਨਾਂ ਨੂੰ ਕਹਿੰਦੇ ਆ ਰਸੂਲ। ਇੱਥੇ ਜਿਹੜੀ ਗੱਲ ਕੀਤੀ ਗਈ ਹੈ ਰਸੂਲਾਂ ਦੇ ਬਾਰੇ, ਉਸ ਨੂੰ ਅਸੀਂ ਬੜੇ ਧਿਆਨ ਨਾਲ ਸਮਝ ਸਕਦੇ ਹਾਂ। ਰਸੂਲ ਉਹ ਮਨੁੱਖ ਸਨ ਜਿਹੜੇ ਕਿ ਵਚਨ ਦਾ ਪ੍ਰਚਾਰ ਕਰਨ ਅਤੇ ਕਲੀਸਿਆ ਨੂੰ ਸਥਾਪਿਤ ਕਰਨ ਦੇ ਲਈ ਸਿੱਧਾ ਪ੍ਰਭੂ ਦੇ ਆਦੇਸ਼ ਪਾਏ ਹੋਏ ਸਨ। ਉਹ ਮਨੁੱਖ ਸਨ ਜਿਨ੍ਹਾਂ ਨੇ ਜੀ ਉੱਠੇ ਹੋਏ ਮਸੀਹ ਨੂੰ ਵੇਖਿਆ ਸੀ। ਰਸੂਲਾਂ ਦੇ ਕਰਤੱਵ 1:22 ਵਿੱਚ ਅਸੀਂ ਵੇਖ ਸਕਦੇ ਹਾਂ। ਇਸ ਦਾ ਉਦਾਹਰਣ ਸਾਨੂੰ ਉਸ ਦੇ ਵਿੱਚੋਂ ਮਿਲਦਾ। ਉਹਨਾਂ ਕੋਲ ਚਮਤਕਾਰ ਕਰਨ ਦੀ ਸ਼ਕਤੀ ਸੀ। 2 ਕਰੰਥੀਆਂ 12:12 ਵਿੱਚ ਅਸੀਂ ਇਸ ਨੂੰ ਪੜ੍ਹ ਸਕਦੇ ਹਾਂ। ਸੰਦੇਸ਼ ਜਿਸ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਸੀ, ਉਸ ਦੀ ਤਸਦੀਕ ਕਰਨ ਦੇ ਇੱਕ ਢੰਗ ਵਜੋਂ ਇਬਰਾਨੀਆਂ 2:4 ਦੇ ਵਿੱਚ ਅਸੀਂ ਪੜ੍ਹ ਸਕਦੇ ਹਾਂ, ਨਵੇਂ ਨੇਮ ਦੇ ਨੀਂਹ ਦੇ ਨਾਲ ਸੰਬੰਧਿਤ ਸੀ। ਨਵੇਂ ਨੇਮ ਦੇ ਨੀਂਹ ਦੇ ਨਾਲ ਸੰਬੰਧਿਤ ਸੀ। ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਸਾਡੇ ਨੀਂਹ ਦੇ ਵਿੱਚ ਹੈ। ਜੇ ਇਸ ਗੱਲ ਨੂੰ ਅਸੀਂ ਸਮਝਣਾ ਹੈ ਤਾਂ ਸਾਨੂੰ ਸਮਝਣ ਦੇ ਲਈ ਕ੍ਰਾਂਤੀਆਂ ਦੇ ਵਿੱਚ ਜਾਣਾ ਪਏਗਾ। ਜਦੋਂ ਅਸੀਂ ਪਹਿਲਾ ਕ੍ਰਾਂਤੀਆਂ ਉਸ ਦਾ 3 ਅਧਿਆਇ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਸਾਫ਼ ਰੀਤੀ ਨਾਲ ਇਹ ਗੱਲਾਂ ਨਜ਼ਰ ਆਉਂਦੀਆਂ ਨੇ। ਇੱਥੇ ਕੀ ਲਿਖਿਆ ਹੋਇਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ 3 ਅਧਿਆਇ ਔਰ ਉਸ ਦੀ 11 ਆਇਤ ਨੂੰ ਮੈਂ ਆਪ ਨੂੰ ਪੜ੍ਹ ਰਿਹਾ। ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਦੂਜੀ ਕੋਈ ਨਹੀਂ ਰੱਖ ਸਕਦਾ, ਔਰ ਉਹ ਯਿਸੂ ਮਸੀਹ ਹੈ। ਯਿਸੂ ਮਸੀਹ ਦੇ ਉੱਤੇ ਰਸੂਲ ਆ ਗਏ ਹੈ, ਰਸੂਲ ਦੇ ਉੱਤੇ ਨਬੀ ਹੈ, ਔਰ ਇਹ ਕਿੱਥੇ ਹੈ? ਨੀਂਹ ਦੇ ਵਿੱਚ ਹੈ। ਅੱਜ ਜੋ ਅਸੀਂ ਚੱਲ ਰਹੇ ਹਾਂ ਉਸ ਨੀਂਹ ਤੋਂ ਉੱਪਰ ਸਿੱਖਿਆ ਦੇ ਵਿੱਚ ਜਿਹੜੀ ਸਿੱਖਿਆ ਆ ਰਹੀ ਹੈ, ਰਸੂਲਾਂ, ਨਬੀਆਂ ਅਤੇ ਯਿਸੂ ਮਸੀਹ ਦੀ ਸਿੱਖਿਆ ਜਿਹੜੀ ਆ ਰਹੀ ਹੈ, ਉਹ ਆ ਰਹੀ ਹੈ ਐਵੈਂਜਲਿਸਟ ਭਾਵ ਪ੍ਰਚਾਰਕ, ਔਰ ਉਹ ਸਿੱਖਿਆ ਆ ਰਹੀ ਹੈ ਐਲਡਰਸ ਭਾਵ ਚਰਵਾਹੇ ਆਗੂ, ਔਰ ਉਹ ਸਿੱਖਿਆ ਆ ਰਹੀ ਹੈ ਡੀਕਨ ਭਾਵ ਸੇਵਕ ਕਰਨ ਵਾਲੇ। ਇਹ ਜਿਹੜੀਆਂ 3 ਚੀਜ਼ਾਂ ਅੱਜ ਸਾਡੇ ਸਾਹਮਣੇ ਮੌਜੂਦ ਹੈ, ਪਰ ਰਸੂਲ ਅਤੇ ਨਬੀ ਉਹ ਕਿੱਥੇ ਹੈ? ਨੀਂਹ ਦੇ ਵਿੱਚ ਹੈ, ਜਿਨ੍ਹਾਂ ਦੇ ਅਸੀਂ ਆਧਾਰ ਦੇ ਉੱਤੇ, ਸਿੱਖਿਆ ਦੇ ਆਧਾਰ ਦੇ ਉੱਤੇ ਅਸੀਂ ਜਾ ਰਹੇ ਹਾਂ। ਇੱਥੇ ਪੌਲਸ ਇਹੋ ਗੱਲ ਕਹਿ ਰਿਹਾ ਹੈ, ਨਵੇਂ ਨੇਮ ਦੇ ਨਵੀਆਂ ਦੇ ਨਾਲ ਇਕੱਠੇ ਉਹਨਾਂ ਨੂੰ ਸੇਵਕਾਈ ਪ੍ਰਮੁੱਖ ਕਲੀਸਿਆ ਦੇ ਤੌਰ ਤੇ ਨੀਂਹ ਨਾਲ ਸੰਬੰਧਿਤ ਸੀ। ਨੀਂਹ ਨਾਲ ਸੰਬੰਧਿਤ ਸੀ ਉਹਨੂੰ ਅਸੀਂ ਦੇਖ ਸਕਦੇ ਹਾਂ ਅਫਸੀਆਂ 2:20 ਜਿਵੇਂ ਮੈਂ ਪੜ੍ਹਿਆ ਹੈ। ਇਸ ਭਾਗ ਵਿੱਚ ਅਸੀਂ ਹਵਾਲਾ ਦਿੱਤਾ ਕਿ ਰਸੂਲ ਅਰਥ ਸਿਰਫ ਉਹ ਜਿਹੜੇ ਕਿ ਮਸੀਹ ਦੇ ਸਵਰਗ ਚੜ ਜਾਣ ਤੇ ਬਾਅਦ ਰਸੂਲ ਸਨ। ਉਹ ਅਗਲੇ ਰਸੂਲ ਨਹੀਂ ਗਣੇ ਗਏ। ਕਈ ਆਪਣੇ ਆਪ ਨੂੰ ਰਸੂਲ ਆਖਦੇ ਆ, ਰਸੂਲ ਨਹੀਂ। ਬਾਈਬਲ ਦੇ ਵਿੱਚ ਇਸ ਚੀਜ਼ ਨੂੰ ਸਮਝਣਾ, ਪੋਸਟਲ ਅਪੋਸਟਲ। ਜੇ ਅਸੀਂ ਇਹ ਨਹੀਂ, ਅਪਿਸਟਲ ਜਿਹੜੇ ਹੈ ਜਿਨ੍ਹਾਂ ਨੇ ਪ੍ਰਕਾਸ਼ਨ ਪਾਇਆ, ਪੋਸਟਲ ਉਹ ਜਿਹੜੇ ਆਪਣਾ ਚੇਲੇ ਉਹਨਾਂ ਦੀ ਸਿੱਖਿਆ ਤੋਂ ਬਾਅਦ ਇਸ ਚੀਜ਼ ਨੂੰ ਅਸੀਂ ਸਮਝਣਾ। ਦੂਸਰਾ ਅਸੀਂ ਇੱਥੇ ਦੇਖਦੇ ਹਾਂ ਨਬੀ ਪਰਮੇਸ਼ਵਰ ਦੇ ਵਕਤਾਂ ਜਾਂ ਮੂੰਹ ਹੁੰਦੇ ਸਨ। ਜਦੋਂ ਪਹਿਲੇ ਸਮੇਂ ਦੇ ਵਿੱਚ ਨਬੀ ਸੀ, ਪਰਮੇਸ਼ਵਰ ਦਾ ਆਤਮਾ ਉਤਰਿਆ ਹੋਇਆ ਨਹੀਂ ਸੀ, ਔਰ ਉਸ ਸਮੇਂ ਉਹ ਪਰਮੇਸ਼ਵਰ ਦੇ ਵਾਕ ਨੂੰ ਅਤੇ ਪਰਮੇਸ਼ਵਰ ਆਪਣੀ ਪ੍ਰਜਾ ਦੇ ਵਿੱਚ ਕੀ ਚਾਹੁੰਦਾ ਸੀ, ਉਹਦੇ ਸੰਦੇਸ਼ ਨੂੰ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਸੀ, ਨਬੀਆਂ ਦੇ। ਤੇ ਉਹ ਨਬੀ ਜਾ ਕੇ ਉੱਥੇ ਪਰਮੇਸ਼ਵਰ ਦੀ ਗੱਲ ਪੂਰੀ ਪ੍ਰਜਾ ਨੂੰ ਦੱਸਦੇ ਸੀ, ਤੇ ਪ੍ਰਜਾ ਆਪਣੇ ਆਪ ਨੂੰ ਪਰਮੇਸ਼ਵਰ ਦੇ ਵਚਨ ਦੇ ਨਾਲ ਜੋ ਨਬੀਆਂ ਦੇ ਮੁਖ ਦੇ ਰਾਹੀਂ ਨਿਕਲਦਾ ਸੀ ਸੁਧਾਰਦੇ ਸੀ।
ਅਤੇ ਉਸ ਦੇ ਅਨੁਸਾਰ ਕੰਮ ਕਰਦੇ ਸੀ ਅਤੇ ਉਸ ਦੇ ਅਨੁਸਾਰ ਪ੍ਰਭੂ ਦੀ ਗੱਲ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਗਟ ਹੁੰਦੀ ਸੀ। ਇਹ ਪ੍ਰਭੂ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਕਾਰਜਾਂ ਲਈ ਉਹਨਾਂ ਨੂੰ ਚੁਣਿਆ ਸੀ। ਔਰ ਲਿਖਿਆ ਹੈ ਕਿ ਜਦੋਂ ਅਸੀਂ ਪਤਰਸ ਦੀ ਪੁਸਤਕ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੈ ਕਿ ਆਪਣਾ ਪਰਮੇਸ਼ਰ ਦਾ ਆਤਮਾ ਬੋਲਦਾ ਸੀ ਤੇ ਉਹ ਲਿਖਦੇ ਸੀ। ਪਰਮੇਸ਼ਰ ਦਾ ਆਤਮਾ। ਔਰ ਇਹ ਗੱਲ ਸਪਸ਼ਟ ਹੈ ਕਿ ਉਹ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਕਰਦੇ ਸੀ। ਉਹ ਪ੍ਰਭੂ ਤੋਂ ਸਿੱਧਾ ਪ੍ਰਕਾਸ਼ ਨੂੰ ਪ੍ਰਾਪਤ ਕਰਦੇ ਸਨ ਅਤੇ ਕਲੀਸਿਆ ਨੂੰ ਸੌਂਪ ਦਿੰਦੇ ਸਨ। ਜੋ ਪਵਿੱਤਰ ਆਤਮਾ ਦੇ ਦੁਆਰਾ ਬੋਲਦੇ ਸਨ ਉਹ ਪਰਮੇਸ਼ਰ ਦਾ ਵਚਨ ਸੀ। ਇਹਦਾ ਮਤਲਬ ਪਹਿਲਾਂ ਸਮੇਂ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾ ਸੀ। ਅੱਜ ਸੰਪੂਰਨ ਬਾਈਬਲ ਮੈਨੂੰ ਦੇ ਦਿੱਤੀ ਗਈ ਹੈ। ਅੱਜ ਨਬੀ ਦੀ ਲੋੜ ਨਹੀਂ, ਕਿਉਂਕਿ ਸੰਪੂਰਨ ਬਾਈਬਲ ਪਰਮੇਸ਼ਰ ਦੇ ਪਵਿੱਤਰ ਆਤਮਾ ਦੇ ਰਾਹੀਂ ਜੋ ਲਿਖਤ ਕੀਤੀ ਗਈ ਹੈ ਉਹ ਮੈਨੂੰ ਦਿੱਤੀ ਗਈ ਹੈ। ਜੋ ਪਰਮੇਸ਼ਰ ਦੇ ਵਚਨ ਦੇ ਵਿੱਚ 2 ਤਿਮੋਥੇਉਸ 3:16-17 ਦੇ ਵਿੱਚ ਲਿਖਿਆ ਹੈ ਉਹ ਮੈਨੂੰ ਸੁਧਾਰਨ ਅਤੇ ਕਾਬਲ ਅਤੇ ਸਿੱਧ ਅਤੇ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਵਾਜ਼ ਕੀ ਹੈ ਉਸ ਨੂੰ ਪ੍ਰਗਟ ਕਰਨ ਦੇ ਲਈ ਦਿੱਤੀ ਗਈ ਹੈ। ਅੱਜ ਪਰਮੇਸ਼ਰ ਦਾ ਸਿੱਧਾ ਪ੍ਰਕਾਸ਼ਨ ਪਰਮੇਸ਼ਰ ਦੇ ਵਚਨ ਤੋਂ ਪ੍ਰਗਟ ਹੁੰਦਾ ਹੈ। ਇਸ ਕਰਕੇ ਬਾਈਬਲ ਦੇ ਵਿੱਚ ਅੰਤਿਮ ਗੱਲ ਲਿਖ ਦਿੱਤੀ ਗਈ ਹੈ, ਨਾ ਤਾਂ ਇਹਦੇ ਵਿੱਚ ਕੋਈ ਵਧਾਵੇ ਨਾ ਘਟਾਵੇ। ਇਹਦਾ ਮਤਲਬ ਪਰਮੇਸ਼ਰ ਦਾ ਸਿੱਧਾ ਪ੍ਰਕਾਸ਼ਨ ਜਿਹੜਾ ਸੀ ਪਹਿਲਾਂ ਨਵੀਆਂ ਦੇ ਉੱਤੇ ਆਉਂਦਾ ਸੀ ਤੇ ਨਵੀ ਬੋਲਦੇ ਸੀ ਅਤੇ ਪਰਜਾ ਨੂੰ ਪਤਾ ਲੱਗਦਾ ਸੀ। ਅੱਜ ਪਰਮੇਸ਼ਰ ਦੀ ਆਵਾਜ਼ ਸਿੱਧੀ ਵਚਨ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਆਉਂਦੀ ਹੈ ਤੇ ਮੈਂ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਸੁਧਾਰਦਾ। ਇਹਦਾ ਮਤਲਬ ਮੈਂ ਹੁਣ ਕੀ ਸਮਝਦਾ ਹਾਂ ਕਿ ਨਬੀ ਅਤੇ ਰਸੂਲ ਨੀਂਹ ਦੇ ਵਿੱਚ ਅਸੀਂ ਉਹਨਾਂ ਦੀ ਸਿੱਖਿਆ ਦੇ ਨਾਲ ਜੋ ਵਚਨ ਦੇ ਵਿੱਚ ਹੈ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ। ਹੁਣ ਸਾਡੇ ਕੋਲ ਪ੍ਰਚਾਰਕ, ਐਲਡਰ, ਪ੍ਰਚਾਰਕ ਮਤਲਬ ਇਵੈਂਜਲਿਸਟ, ਐਲਡਰ ਮਤਲਬ ਆਗੂ ਅਤੇ ਚਰਵਾਹੇ, ਔਰ ਉਸ ਤੋਂ ਬਾਅਦ ਸੇਵਾ ਕਰਨ ਵਾਲੇ ਜਿਨ੍ਹਾਂ ਨੂੰ ਕਿਹਾ ਗਿਆ ਡੀਕਨ, ਉਹ ਨਿਯੁਕਤ ਕੀਤੇ ਗਏ ਆ ਕਲੀਸਿਆ ਦੀ ਉਸਾਰੀ ਦੇ ਵਿੱਚ। ਇਹ ਬੁਲਾਹਟ ਦੇ ਵਿੱਚ ਅਸੀਂ ਆਪਣੇ ਇਹਨਾਂ ਕਾਰਜਾਂ ਨੂੰ ਪਹਿਚਾਣਦੇ ਹਾਂ। ਪਰਮੇਸ਼ਰ ਨੇ ਮੈਨੂੰ ਕਲੀਸਿਆ ਦੇ ਵਿੱਚ ਸੇਵਾ ਦਾ ਕੀ ਦਾਇਤਵ ਦਿੱਤਾ ਹੈ, ਕਲੀਸਿਆ ਦੇ ਵਿੱਚ ਕੀ ਹੋ ਰਿਹਾ, ਕੀ ਕਰਨਾ ਹੈ, ਇਹਦੇ ਲਈ ਅਲੱਗ ਉਹਨਾਂ ਨੂੰ ਡੀਕਨ ਨਾਂ ਦੇ ਵਿੱਚ ਦੱਸਿਆ ਗਿਆ ਹੈ। ਜਿਹੜੇ ਸੁਸਮਾਚਾਰ ਪ੍ਰਚਾਰਕ ਦੇ ਲਈ ਉਹਨਾਂ ਨੂੰ ਪ੍ਰਚਾਰਕ ਸੰਬੋਧਿਤ ਕੀਤਾ ਗਿਆ ਹੈ। ਜਿਹੜੇ ਕਲੀਸਿਆ ਨੂੰ ਆਪਣਾ ਸਿੱਖਿਆ ਦੇ ਕੇ ਉਹਨਾਂ ਨੂੰ ਪਾਲਦੇ ਪੋਸਦੇ ਆ ਤੇ ਹਰ ਇੱਕ ਗੱਲ ਦੇ ਨਾਲ ਤਗੜਾ ਕਰਦੇ ਆ ਉਹਨਾਂ ਨੂੰ ਚਰਵਾਹੇ ਕਿਹਾ ਗਿਆ ਹੈ। ਬਾਈਬਲ ਦੇ ਵਿੱਚ ਇਹ ਵਰਦਾਨ ਔਰ ਇਹ ਬੁਲਾਹਟ ਦੇ ਕਾਰਜ ਸਪਸ਼ਟ ਪ੍ਰਚਾਰਕ ਉਹ ਜਿਹੜੇ ਮੁਕਤੀ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ, ਉਹ ਮਸੀਹ ਦੇ ਲਈ ਗਵਾਚਿਆਂ ਹੋਇਆਂ ਨੂੰ ਜਿੱਤਣ ਦੇ ਲਈ ਈਸ਼ਵਰੀਏ ਤਿਆਰੀ ਪਾਏ ਹੋਏ ਹੁੰਦੇ ਹਨ। ਉਹਨਾਂ ਕੋਲ ਇੱਕ ਪਾਪੀ ਦੀ ਸਥਿਤੀ ਨੂੰ ਜਾਂਚਣ ਲਈ ਅਤੇ ਜ਼ਮੀਰ ਨੂੰ ਉਸਕਾਉਣ ਅਤੇ ਇਤਰਾਜ਼ਾਂ ਜਾਂ ਉੱਤਰ ਦੇਣ, ਮਸੀਹ ਲਈ ਫੈਸਲਿਆਂ ਨੂੰ ਉਤਸ਼ਾਹਿਤ ਕਰਨਾ ਅਤੇ ਨਵਾਂ ਜਨਮ ਪਾਏ ਹੋਏ ਨੂੰ ਵਚਨ ਰਾਹੀਂ ਨਿਸ਼ਚੇਤਾ ਦੇਣ ਦੀ ਖਾਸ ਯੋਗਤਾ ਹੁੰਦੀ ਹੈ। ਇੱਕ ਵਾਰ ਫਿਰ ਮੈਂ ਮਤਲਬ ਕਿ ਇਸ ਗੱਲ ਨੂੰ ਪੜ੍ਹ ਕੇ ਆਪ ਨੂੰ ਦੱਸਾਂਗਾ। ਜੋ ਮੈਂ ਲਿਖਿਆ ਹੈ, ਜੋ ਮੇਰੇ ਜੀਵਨ ਦੇ ਵਿੱਚ ਸਮਝ ਆਇਆ ਹੈ, ਮੈਂ ਉਸ ਨੂੰ ਆਪ ਦੇ ਜੀਵਨ ਪ੍ਰਚਾਰਕ ਦੇ ਵਿੱਚ ਯੋਗਤਾ ਹੋਣੀ ਚਾਹੀਦੀ ਹੈ। ਨਹੀਂ ਕਿ ਮੈਨੂੰ ਪ੍ਰੇਸ ਦਾ ਲੋੜ ਬੋਲਣਾ ਆ ਗਿਆ, ਮੈਂ ਆਪਣਾ ਦੇਖ ਲਿਆ, ਮੈਨੂੰ ਆਪਣਾ ਹੁਣ ਸੇਵਕਾਈ ਮਿਲ ਗਈ। ਇਹ ਸੇਵਕਾਈ ਨਹੀਂ ਹੈ। ਸੇਵਕਾਈ ਦੇ ਵਿੱਚ ਪਰਮੇਸ਼ਵਰ ਨੇ ਯੋਗਤਾ ਦਿੱਤੀ ਹੈ। ਯੋਗਤਾ ਕੀ ਹੈ? ਕੀ ਤੁਹਾਡੇ ਵਿੱਚ ਖੁਸ਼ਖਬਰੀ ਦਾ ਤੁਹਾਨੂੰ ਪਤਾ ਹੈ ਖੁਸ਼ਖਬਰੀ ਕੀ ਹੈ? ਖੁਸ਼ਖਬਰੀ ਇਹ ਹੈ ਕਿ ਮਸੀਹ ਯਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਖੁਸ਼ਖਬਰੀ ਇਹ ਹੈ ਕਿ ਮਸੀਹ ਯਸੂ ਪਾਪੀਆਂ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਉਹਨੇ ਪਾਪੀਆਂ ਦੇ ਲਈ ਕਲਵਰੀ ਕਰੂਸ ਦੇ ਉੱਤੇ ਕਾਰਜ ਕਰ ਦਿੱਤਾ ਹੈ। ਉਸ ਦੀ ਪੂਰੀ ਜਾਣਕਾਰੀ ਉਸ ਦੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਜਦੋਂ ਉਹ ਫੀਲਡ ਦੇ ਵਿੱਚ ਉਹਨਾਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਂਦਾ ਹੈ, ਜਿਸ ਦੇ ਲਈ ਪਰਮੇਸ਼ਵਰ ਨੇ ਉਸ ਨੂੰ ਦਿਸ਼ਾ
ਆਪਣੇ ਵਚਨ ਦੇ ਰਾਹੀਂ ਦਿੱਤੀ ਹੈ, ਤਾਂ ਉਹ ਉਹਨਾਂ ਲੋਕਾਂ ਦੇ ਵਿੱਚ ਜਦੋਂ ਗੱਲ ਕਰਦਾ ਹੈ ਤਾਂ ਉਸ ਦੇ ਵਿੱਚ ਸਥਿਤੀ ਨੂੰ ਜਾਂਚਣ ਦੀ ਅਤੇ ਜ਼ਮੀਰ ਨੂੰ ਉਸਕਾਉਣ ਦੀ ਅਤੇ ਇਤਰਾਜ਼ਾਂ ਦਾ ਉੱਤਰ ਦੇਣ ਅਤੇ ਮਸੀਹ ਲਈ ਫੈਸਲਿਆਂ ਨੂੰ ਉਤਸ਼ਾਹਿਤ ਕਰਨ ਦੀ ਯੋਗਤਾ ਉਸ ਵਿੱਚ ਹੁੰਦੀ ਹੈ। ਜਦ ਜਿਸ ਵਿੱਚ ਇਹ ਗੱਲ ਹੈ, ਉਹ ਆਪਣੇ ਆਪ ਨੂੰ ਪਛਾਣ ਸਕਦਾ ਹੈ ਕਿ ਪਰਮੇਸ਼ਰ ਨੇ ਮੈਨੂੰ ਹੁਣ ਪ੍ਰਚਾਰਕ ਦੀ ਸੇਵਕਾਈ ਦੇ ਲਈ ਚੁਣਿਆ ਹੈ, ਪ੍ਰਚਾਰਕ ਦੀ ਸੇਵਕਾਈ ਦੇ ਲਈ ਨਿਯੁਕਤ ਕੀਤਾ ਹੈ। ਉਹਦੇ ਵਿੱਚ ਪਛਾਣ ਹੋ ਜਾਂਦੀ ਹੈ। ਅਤੇ ਜਦੋਂ ਅਸੀਂ ਫੀਲਡ ਦੇ ਵਿੱਚ ਜਾਂਦੇ ਹਾਂ, ਕਈ ਲੋਕ ਸਾਡੇ ਨਾਲ ਗੱਲਾਂ ਕਰਦੇ ਆ ਜਾਂ ਸਾਡੇ ਕਈ ਭਾਈ ਭੈਣ ਜਾਂਦੇ ਆ ਜਿਨ੍ਹਾਂ ਨੇ ਵਚਨ ਨੂੰ ਸਿੱਖਿਆ, ਉਹ ਉਸ ਦੀ ਗੱਲ ਦੇ ਵਿੱਚ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ। ਅਸੀਂ ਵੱਧ ਕਿਉਂ ਨਹੀਂ ਪਾ ਰਹੇ ਆ, ਅਸੀਂ ਸਮਝ ਕਿਉਂ ਨਹੀਂ ਪਾ ਰਹੇ, ਅਸੀਂ ਇਹ ਕੰਮ ਕਰ ਨਹੀਂ ਰਹੇ। ਜਿਹੜੇ ਲੋਕ ਇਹ ਖੁਸ਼ਖਬਰੀ ਦਾ ਕੰਮ ਕਰ ਰਹੇ ਆ, ਜਿਹੜੇ ਪ੍ਰਚਾਰਕ ਦਾ ਕੰਮ ਕਰ ਰਹੇ ਆ, ਇਹ ਉਹ ਲੋਕ ਹੈ ਜਿਨ੍ਹਾਂ ਨੂੰ ਪਰਮੇਸ਼ਰ ਪੁੱਤਰ ਨੇ ਜਦੋਂ ਫੜਿਆ ਸੀ, ਪਤਰਸ ਅਤੇ ਅੰਦਰਿਆਸ, ਤਾਂ ਉਹਨਾਂ ਨੂੰ ਕਿਹਾ ਸੀ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ। ਇਹਦਾ ਮਤਲਬ ਮਨੁੱਖਾਂ ਨੂੰ ਕਿੱਦਾਂ ਫੜਨਾ ਹੈ, ਕਿੱਦਾਂ ਤੁਸੀਂ ਉਹਨਾਂ ਨੂੰ ਕਲੀਸਿਆ ਦੇ ਵਿੱਚ ਲੈ ਕੇ ਆਉਣਾ ਹੈ, ਇਹਦੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ। ਉਹ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ, ਉਹ ਜਾਣਕਾਰੀ ਉਹਨਾਂ ਨੂੰ ਮਿਲੀ ਹੈ, ਔਰ ਇਸ ਗੱਲ ਦੇ ਵਿੱਚ ਉਹਨਾਂ ਨੂੰ ਪਤਾ ਹੋ ਜਾਂਦਾ ਹੈ ਕਿ ਹਾਂ, ਕਿ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਨੇ ਕਾਰਜ, ਇਹ ਬੁਲਾਹਟ ਮੇਰੇ ਜੀਵਨ ਤੇ ਦਿੱਤੀ ਹੈ, ਮੈਂ ਇਸ ਕਾਰਜ ਦੇ ਵਿੱਚ ਜਾਣਾ ਹੈ। ਜਿਵੇਂ ਮੈਂ ਪਿਛਲੇ ਆਪਣੇ ਸੰਦੇਸ਼ 'ਚ ਦੱਸਿਆ ਸੀ, ਇੱਕ ਭਾਈ ਮੇਰੇ ਨਾਲ ਤੁਰ ਪਿਆ, ਬੜਾ ਉਤਸ਼ਾਹ ਹੋ ਕੇ ਤੁਰਿਆ। ਜਦੋਂ ਉਸਦੇ ਜੀਵਨ ਦੇ ਵਿੱਚ ਸਵਾਲ ਆਏ, ਪ੍ਰਸ਼ਨ ਆਏ, ਤਾਂ ਮੁੜ ਕੇ ਇਹ ਕਹਿੰਦਾ ਕੰਮ ਮੈਂ ਨਹੀਂ ਕਰ ਸਕਦਾ, ਤੁਸੀਂ ਕਰ ਸਕਦੇ ਹੋ। ਇਸ ਲਈ ਅਸੀਂ ਆਪਣੇ ਆਪ ਨੂੰ, ਜਦੋਂ ਪਰਮੇਸ਼ਰ ਮੈਨੂੰ ਬੁਲਾ ਰਿਹਾ, ਉਸ ਦੇ ਲਈ ਮੈਂ ਸਮਝਣਾ ਹੈ ਪਰਮੇਸ਼ਰ ਮੈਨੂੰ ਕਿਹੜੀ ਅਵਸਥਾ ਦੇ ਵਿੱਚ, ਕਿਸ ਕਾਰਜ ਦੇ ਲਈ, ਕਿਸ ਬੁਲਾਹਟ ਦੇ ਲਈ ਸੱਦ ਰਿਹਾ ਹੈ, ਮੈਂ ਉਸ ਨੂੰ ਜਾਣਾ। ਇੰਡੀਆ ਦੇ ਵਿੱਚ ਬਹੁਤ ਸਾਰੇ ਪ੍ਰਭੂ ਦੇ ਮਿਸ਼ਨਰੀ ਲੋਕ ਆਏ। ਉਹਨਾਂ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾ ਕੀਤੀ। ਕਿਸੇ ਨੇ ਹਸਪੀਟਲ ਦੇ ਵਿੱਚ ਸੇਵਾ ਕੀਤੀ ਹੈ, ਕਿਸੇ ਨੇ ਸਕੂਲਾਂ ਦੀ ਐਜੂਕੇਸ਼ਨ ਦੇ ਉੱਤੇ ਗੱਲ ਕੀਤੀ ਹੈ, ਕਿਸੇ ਨੇ ਆਪਣਾ ਕੋੜੀਆਂ ਦੇ ਵਿੱਚ ਜਾ ਕੇ ਕੰਮ ਕੀਤਾ ਹੈ, ਕਿਸੇ ਨੇ ਗਰੀਬਾਂ ਦੀ ਮਦਦ ਕਰਨ ਦੇ ਲਈ ਕੰਮ ਕੀਤਾ ਹੈ। ਇਹ ਅਲੱਗ-ਅਲੱਗ ਪ੍ਰਕਾਰ ਦੀ ਬੁਲਾਹਟ ਲੈ ਕੇ ਉਹ ਮਿਸ਼ਨਰੀ ਇਸ ਦੁਨੀਆ ਦੇ ਵਿੱਚ ਆਏ ਸੀ, ਔਰ ਇਸ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਅਤੇ ਉਹਨਾਂ ਦੇ ਨਾਮ ਅੱਜ ਵੀ ਹੈ। ਕਿਸ ਬੁਲਾਹਟ ਦੇ ਵਿੱਚ ਪਰਮੇਸ਼ਰ ਬੁਲਾ ਰਿਹਾ, ਉਸ ਨੂੰ ਸਮਝਣਾ ਹੈ। ਜੇ ਮੈਨੂੰ ਐਵੈਂਜਲਿਸਟ ਭਾਵ ਆਪਣਾ ਪ੍ਰਚਾਰਕ ਦੀ ਬੁਲਾਹਟ ਦੇ ਵਿੱਚ ਬੁਲਾ ਰਿਹਾ, ਤਾਂ ਉਹ ਗੱਲ ਮੇਰੇ ਜੀਵਨ ਦੇ ਵਿੱਚ ਸਾਫ਼ ਹੋਣੀ ਚਾਹੀਦੀ ਹੈ। ਪ੍ਰਚਾਰਕ ਜਿਹੜਾ ਹੈ, ਉਸ ਨੂੰ ਇੱਕ ਸਥਾਨਕ ਕਲੀਸਿਆ ਤੋਂ ਬਾਹਰ ਜਾਣਾ ਅਤੇ ਸੰਸਾਰ ਨੂੰ ਪ੍ਰਚਾਰ ਸੁਣਾਉਣਾ ਹੈ। ਔਰ ਕਲੀਸਿਆ ਨੂੰ ਇਸ ਗੱਲ ਦਾ ਬੋਧ ਹੋਣਾ ਚਾਹੀਦਾ ਹੈ ਕਿ ਇਹ ਸੱਚਮੁੱਚ ਜਿਹੜਾ ਵਿਅਕਤੀ ਪ੍ਰਚਾਰਕ ਦੇ ਲਈ ਚੁਣਿਆ ਗਿਆ ਹੈ, ਕਲੀਸਿਆ ਦੇ ਬਜ਼ੁਰਗਾਂ ਨੂੰ ਇਹ ਬੋਧ ਹੋਣਾ ਚਾਹੀਦਾ, ਹਾਂ ਇਸ ਨੂੰ ਪ੍ਰਚਾਰਕ, ਜਿਸ ਤਰ੍ਹਾਂ ਰਸੂਲਾਂ ਦੇ ਕਰਤੱਵ ਨੂੰ ਆਪਣਾ ਅਸੀਂ 13 ਅਧਿਆਏ ਦੇ ਵਿੱਚ ਜਾਂਦੇ ਹਾਂ, ਤਾਂ 13 ਅਧਿਆਏ ਦੇ ਵਿੱਚ ਪਰਮੇਸ਼ਰ ਦਾ ਆਤਮਾ ਵਚਨ, ਮੈਂ ਅੱਜ ਆਪਣਾ ਵਚਨ ਦੀ ਗੱਲ ਕਰਦਾ, ਉਹਨਾਂ ਪ੍ਰਚੀਨਾਂ ਨੂੰ, ਉਹਨਾਂ ਬਜ਼ੁਰਗਾਂ ਨੂੰ ਦੱਸ ਦਿੰਦਾ ਹੈ ਕਿ ਇਹ ਸਾਡੇ ਵਿੱਚ ਜਿਹੜੇ ਭਾਈ ਹੈ, ਇਹ ਪ੍ਰਭੂ ਦੇ ਖੁਸ਼ਖਬਰੀ ਦੇ ਲਈ ਪਰਾਈਆਂ ਕੌਮਾਂ ਵਿੱਚ ਚੁਣੇ ਗਏ। ਜਿਸ ਤਰ੍ਹਾਂ ਪੌਲਸ ਅਤੇ ਬਰਨਬਾਸ, ਹੋਰ ਵੀ ਕਈ ਆਪਣਾ ਪ੍ਰਚਾਰਕ ਜਿਹੜੇ ਚੁਣੇ ਗਏ, ਉਹਨਾਂ ਦਾ ਵੀ ਉਲੇਖ ਇਸ ਬਾਈਬਲ ਦੇ ਵਿੱਚ ਹੈ, ਰਸੂਲਾਂ ਦੇ ਕਰਤੱਵ ਦੇ ਵਿੱਚ ਸਾਫ਼ ਸਾਨੂੰ ਮਿਲਦਾ ਹੈ, ਜੋ ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਲਿਆ ਹੈ। ਇਸ ਗੱਲ ਦੀ ਜ਼ਿੰਮੇਵਾਰੀ ਕਲੀਸਿਆ ਦੇ ਵਿੱਚ ਜਦੋਂ ਬਜ਼ੁਰਗ ਸਿੱਖਿਆ ਦਿੰਦੇ ਆ, ਇਸੇ ਕਰਕੇ ਤਾਂ ਬਾਈਬਲ ਦੇ ਵਿੱਚ ਜੋ ਬਜ਼ੁਰਗਾਂ ਦਾ ਦਾਇਤਵ ਹੈ, ਕਲੀਸਿਆ ਦੇ ਵਿੱਚ ਜੋ ਐਲਡਰ ਦਾ ਦਾਇਤਵ ਹੈ, ਉਹ ਇਹ ਹੈ ਕਿ ਉਹ ਵਚਨ ਦੇ ਨਾਲ ਪੂਰੀ ਤਰ੍ਹਾਂ ਨਾਲ ਜਾਣੂ ਹੋਣ। ਜਦੋਂ ਕਲੀਸਿਆ ਦੇ ਵਿੱਚ ਜਾਂਦੇ ਆ, ਕਲੀਸਿਆ ਦੇ ਭਾਈਆਂ ਨੂੰ ਮਿਲਦੇ ਆ, ਤਾਂ ਉਹਨੂੰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਮਝ ਕੇ ਪੂਰਨ ਰੀਤੀ ਨਾਲ ਉਹਨਾਂ ਨੂੰ ਸਿਖਾਉਂਦੇ ਆ। ਔਰ ਜਦੋਂ ਸਿੱਖਿਆ ਦੇ ਵਿੱਚ ਵਧਦੇ ਹੈ, ਤਾਂ ਉਹਨਾਂ ਦੇ ਵਿੱਚ ਅਲੱਗ-ਅਲੱਗ ਕਾਰਜ ਪ੍ਰਗਟ ਹੁੰਦੇ ਆ। ਤਾਂ ਜਿਹੜਾ ਕਲੀਸਿਆ ਦਾ ਬਜ਼ੁਰਗ ਸਮਝ ਲੈਂਦਾ ਹੈ ਕਿ ਇਸ ਵਿਅਕਤੀ ਦੇ ਵਿੱਚ ਪਰਮੇਸ਼ਰ ਦੀ ਕਾਲ ਹੈ, ਬੁਲਾਹਟ ਹੈ, ਫਿਰ ਉਹ ਉਸ ਦੇ ਮੁਤਾਬਿਕ ਉਸ ਨੂੰ ਪ੍ਰੇਰਿਤ ਕਰਨਾ ਸ਼ੁਰੂ ਕਰਦੇ ਆ। ਪ੍ਰੇਰਿਤ ਦਾ ਮਤਲਬ ਉਹਨੂੰ ਪ੍ਰੇਰਣਾ ਦੇਣਾ ਸ਼ੁਰੂ ਕਰ ਦਿੰਦੇ।
ਪ੍ਰਕਾਸ਼ਨ ਦੇਣਾ ਸ਼ੁਰੂ ਕਰ ਦਿੰਦੇ ਅਤੇ ਉਹ ਸੇਵਾ ਦੇ ਲਈ, ਜਿਸ ਸੇਵਾ ਦੇ ਲਈ ਉਸ ਦੇ ਵਿੱਚ ਬੋਲਾਹਟ ਹੈ, ਉਸ ਦੇ ਲਈ ਉਸ ਨੂੰ ਘੱਲ ਦਿੰਦੇ ਆ। ਪਿਆਰੋ, ਜਦੋਂ ਉਹ ਆਪਣਾ ਤਿਆਰ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਜ਼ਰੂਰੀ ਹੈ ਕਿ ਉਸ ਨੂੰ ਨਵੇਂ ਜਨਮ ਦੀ ਸਿੱਖਿਆ ਜ਼ਰੂਰ ਪਤਾ ਹੋਵੇ। ਅੱਜ ਕਈ ਪ੍ਰਚਾਰਕਾਂ ਨੂੰ ਮੈਂ ਮਿਲਦਾ ਹਾਂ, ਕਈ ਪ੍ਰਚਾਰਕਾਂ ਦੇ ਨਾਲ ਮੇਰੀ ਗੱਲ ਹੁੰਦੀ ਹੈ ਤਾਂ ਮੈਂ ਉਹਨਾਂ ਦੇ ਨਾਲ ਗੱਲਾਂ ਦੇ ਵਿੱਚ ਪੁੱਛਦਾ, ਭਾਈ ਤੁਹਾਡਾ ਨਵਾਂ ਜਨਮ ਹੋਇਆ? ਤਾਂ ਉਹ ਕੀ ਕਹਿੰਦੇ, ਹਾਂ ਹੋਇਆ ਹੈ ਜੀ, ਬਪਤਿਸਮਾ ਲਿਆ ਹੈ। ਮੈਕਸਿਮਮ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਮਿਲਦਾ ਹਾਂ, ਜਿਨ੍ਹਾਂ ਨਾਲ ਗੱਲ ਕਰਦਾ ਹਾਂ, ਉਹਨਾਂ ਦੇ ਵਿੱਚ ਨਵਾਂ ਜਨਮ ਹੋਇਆ ਹੀ ਨਹੀਂ ਹੁੰਦਾ ਹੈ। ਉਹ ਕਹਿੰਦੇ ਆ ਅਸੀਂ ਬਿਮਾਰ ਸੀ, ਸਾਡੇ ਉੱਤੇ ਪ੍ਰਾਰਥਨਾ ਕੀਤੀ ਗਈ, ਅਸੀਂ ਠੀਕ ਹੋ ਗਏ, ਅਸੀਂ ਚਰਚ ਜਾਣਾ ਸ਼ੁਰੂ ਕਰ ਦਿੱਤਾ। ਸਾਡੇ ਕੰਮ ਰੁਕੇ ਸੀ, ਮੈਂ ਬਾਹਰ ਨਹੀਂ ਸੀ ਜਾ ਸਕਦਾ, ਮੇਰਾ ਬਾਹਰ ਦਾ ਕੰਮ ਹੋ ਗਿਆ, ਮੈਂ ਆਪਣਾ ਇਸ ਕੰਮ। ਅਜਿਹੇ ਲੋਕ ਨਵਾਂ ਜਨਮ ਪਾਏ ਹੋਏ ਨਹੀਂ, ਉਹ ਬਾਹਰ ਹੋਣਗੇ। ਇਸੇ ਕਰਕੇ ਲਿਖਿਆ ਹੈ, ਪ੍ਰਚਾਰਕ ਜਿਹੜਾ ਹੈ ਇਸ ਗੱਲ ਦੇ ਨਾਲ ਪੂਰੀ ਯੋਗਤਾ ਦੇ ਵਿੱਚ ਹੋਣਾ ਚਾਹੀਦਾ। ਐ ਨਹੀਂ ਹਾਂ ਜੀ ਮੈਨੂੰ ਆਪਣਾ ਇਹ ਹੋ ਗਿਆ ਤਾਂ ਮੈਂ ਪ੍ਰਚਾਰਕ ਬਣ ਗਿਆ। ਜਿਹੜੇ ਇਸ ਤਰ੍ਹਾਂ ਕਰਦੇ ਆ, ਜਿਹੜੇ ਕਲੀਸਿਆ ਦੇ ਵਿੱਚ ਕਈ ਵਾਰ ਲੜ ਕੇ ਨਿਕਲ ਕੇ ਦੂਸਰੀ ਆਪਣੀ ਨਵੀਂ ਕਲੀਸਿਆ ਬਣਾ ਲੈਂਦੇ, ਉਹਨਾਂ ਕੋਲ ਆਪਣੇ ਆਪ ਦੇ ਵਿੱਚ ਪ੍ਰਤੱਖਤਾ ਪਰਮੇਸ਼ਰ ਦੀ ਬੁਲਾਹਟ ਨਹੀਂ ਹੁੰਦੀ, ਉਹ ਆਪਣੀ ਮਰਜ਼ੀ ਨਾਲ ਨਿਕਲਦੇ ਆ। ਜਿਹੜੇ ਆਪਣੀ ਮਰਜ਼ੀ ਨਾਲ ਨਿਕਲਦੇ ਆ, ਪਿਆਰੋ, ਬਾਈਬਲ ਦੇ ਵਿੱਚ ਮੈਂ ਫਿਰ ਆਪ ਨੂੰ ਯਾਕੂਬ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਉਸ ਦੇ 3 ਅਧਿਆਏ ਵਿੱਚ ਜਾਂਦੇ ਹਾਂ ਤਾਂ ਉੱਥੇ ਉਹ ਸਾਫ਼ ਰੀਤੀ ਨਾਲ ਕਹਿੰਦਾ ਹੈ, ਤੁਹਾਡੇ ਵਿੱਚੋਂ ਬਾਹਲੇ ਉਪਦੇਸ਼ਕ ਨਾ ਹੋਣ, ਕਿਉਂਕਿ ਉਪਦੇਸ਼ਕ ਜ਼ਿਆਦਾ ਸਜ਼ਾ ਦੇ ਹੱਕਦਾਰ ਹੋਣਗੇ। ਉਹ ਹਲਕੇ ਲੈ ਰਹੇ ਇਸ ਗੱਲ ਨੂੰ, ਪਰ ਜਦੋਂ ਨਿਆਂ ਹੋਏਗਾ, ਜਦੋਂ ਕੱਢੇ ਜਾਣਗੇ, ਫਿਰ ਕੀ ਹਾਲ ਹੋਵੇਗਾ। ਇਸ ਲਈ ਆਪਣੇ ਸੱਦੇ ਜਾਣ ਦੇ ਉੱਤੇ ਧਿਆਨ ਕਰੋ ਕਿ ਪਰਮੇਸ਼ਰ ਨੇ ਮੈਨੂੰ ਸੱਚਮੁੱਚ ਇਸ ਕੰਮ ਦੇ ਲਈ ਸੱਦਿਆ ਹੈ। ਮੈਂ ਵੀ ਨਹੀਂ ਕਹਿੰਦਾ ਕਿ ਜੇ ਤੁਸੀਂ ਆਪਣਾ ਸੇਵਾ ਦੇ ਵਿੱਚ ਤਾਂ ਸਿੱਖੋ, ਸਮਝੋ ਪਰਮੇਸ਼ਰ ਦਾ ਵਚਨ ਜਿਹੜਾ ਹੈ ਮੇਰੇ ਜੀਵਨ ਦੇ ਵਿੱਚ ਇਸ ਕੁਆਲਿਟੀ ਦੇ ਨਾਲ ਹੈ ਕਿ ਪਰਮੇਸ਼ਰ ਦੇ ਉਹ ਗੁਣ ਜਿਹੜੇ ਪਰਮੇਸ਼ਰ ਦੇ ਵਚਨ ਦੇ ਵਿੱਚ ਪ੍ਰਗਟ ਕੀਤੇ ਗਏ ਹੈ ਕਿ ਉਹ ਗੁਣਾਂ ਨੂੰ ਮੈਂ ਆਪਣੇ ਵਿੱਚ ਅਡਾਪਟ ਕਰ ਰਿਹਾ। ਪਰਮੇਸ਼ਰ ਮੇਰੇ ਜੀਵਨ ਨੂੰ ਪਹਿਲਾਂ ਕਲੀਅਰ ਕਰਦਾ ਹੈ। ਕਲੀਅਰ ਮਤਲਬ ਕਿ ਪਵਿੱਤਰ ਕਰਦਾ ਹੈ। ਇਸ ਦੇ ਲਈ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ। ਦੂਸਰੀ ਗੱਲ ਮੈਂ ਇਹਦੇ ਵਿੱਚ ਦੇਖ ਰਿਹਾ ਹਾਂ, ਪਹਿਲੀ ਰਸੂਲ ਹੋ ਗਈ, ਦੂਸਰੀ ਨਵੀਆਂ ਦੇ ਬਾਰੇ ਵੀ ਮੈਂ ਦੱਸਦਾ, ਤੀਸਰਾ ਪ੍ਰਚਾਰਕ ਉਹਦੇ ਬਾਰੇ ਵੀ ਦੱਸਦਾ, ਚੌਥਾ ਹੈ ਪਾਸਵਾਨ। ਪਾਸਵਾਨ ਦਾ ਕੰਮ ਕੀ ਹੈ? ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ, ਸ਼ਬਦ ਕਈ ਯੂਜ਼ ਕਰਦੇ ਰਹੇ ਨੇ। ਕਈ ਕਹਿੰਦੇ ਜੀ ਪਾਸਟਰ ਜੀ, ਭਾਈ ਜੀ। ਪਾਸਟਰ ਦਾ ਮੀਨਿੰਗ ਕੀ ਹੈ? ਉਹਨਾਂ ਨੂੰ ਇਹੀ ਨਹੀਂ ਪਤਾ। ਉਹਨਾਂ ਦੇ ਜੀਵਨ ਦੇ ਵਿੱਚ ਇਸ ਚੀਜ਼ ਦਾ ਗਿਆਨ ਹੀ ਨਹੀਂ ਹੈ। ਅਸੀਂ ਐਵੈਂਜਲਿਸਟ ਹੈ। ਐਵੈਂਜਲਿਸਟ ਦਾ ਮਤਲਬ ਪ੍ਰਚਾਰਕ। ਔਰ ਦੂਸਰੀ ਗੱਲ, ਅਸੀਂ ਆਪਣੇ ਜੀਵਨ ਦੇ ਵਿੱਚ ਕਹਿੰਦੇ ਹਾਂ ਅਸੀਂ ਭਾਈ ਹਾਂ। ਕਿਉਂਕਿ ਪਰਮੇਸ਼ਰ ਦੇ ਵਚਨ ਜਦੋਂ ਅਸੀਂ ਮਤੀ ਰਚੀ ਸੁਸਮਾਚਾਰ ਉਸ ਦਾ 23 ਅਧਿਆਇ ਉਸ ਦੀ 8 ਆਇਤ ਪੜ੍ਹਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਸਾਫ਼ ਰੀਤੀ ਨਾਲ ਕਹਿੰਦਾ ਹੈ, ਤੁਸੀਂ ਆਪਣੇ ਆਪ ਨੂੰ ਸੁਆਮੀ ਨਾ ਕਹਾਣਾ, ਕਿਉਂਕਿ ਤੁਹਾਡਾ ਇੱਕੋ ਹੀ ਮਾਲਕ ਹੈ, ਉਹ ਪ੍ਰਭੂ ਯਿਸੂ ਮਸੀਹ, ਔਰ ਤੁਸੀਂ ਭਾਈ ਹੋ। ਲਿਖਿਆ ਸਾਫ਼, ਭਾਈ ਹੋ। ਅਸੀਂ ਭਾਈ ਹਾਂ। ਇਸ ਕਰਕੇ ਮੈਂ ਕਲੀਸਿਆ ਦੇ ਵਿੱਚ ਆਪਣੇ ਹਮੇਸ਼ਾ ਕਹਿੰਦਾ ਮੈਨੂੰ ਬ੍ਰਦਰ ਕਹਿਣਾ, ਚਾਹੇ ਕੋਈ ਛੋਟਾ ਹੈ, ਚਾਹੇ ਕੋਈ ਬੜਾ ਹੈ, ਚਾਹੇ ਕਿੱਦਾਂ, ਭਾਈ, ਕਿਉਂਕਿ ਅਸੀਂ ਮਸੀਹ ਦੇ ਵਿੱਚ ਭਾਈ ਹਾਂ। ਅਸੀਂ ਬ੍ਰਦਰਸ ਐਂਡ ਸਿਸਟਰਸ ਦੇ ਕਰਕੇ ਯੂਜ਼ ਕੀਤੇ ਜਾਂਦੇ ਹਾਂ। ਔਰ ਇੱਥੇ ਹੁਣ ਮੈਂ ਪਾਸਵਾਨ ਦੀ ਗੱਲ ਕਰ ਰਿਹਾ। ਉਹ ਮਨੁੱਖ ਹਨ, ਇਹ ਉਹ ਮਨੁੱਖ ਹਨ ਜਿਹੜੇ ਕਿ ਮਸੀਹ ਦੀਆਂ ਭੇਡਾਂ ਲਈ ਅਯਾਲੀ ਵੱਲੋਂ
मतलब चरवाहे वजों नियुक्त किए जाते। कलीसिया दे विच जिहड़े नवे लोग आए है, जिहड़े अपना मतलब कि सुसमाचार सेवक कलीसिया दे विच जिन्हां नूं लैके आउंदा है, जिहड़े बाड़े दे विच आ जांदे है, उन्हां दे विच पासवानी करना, मतलब कि वो उस कलीसिया दे विच रह के कारज करदा है, वो कलीसिया दे बाहर नहीं। उन्होंने पासवान कहते हैं, उन्होंने प्रचारक नहीं आखते, उन्होंने एल्डरस करके नियुक्त किया जाता। वो कलीसिया दे विच वो काम करते हैं। जदों भेड़ कलीसिया दे विच आ जाती है, उस भेड़ दे विच की कमी है, उस भेड़ दे विच की गल्लां दी घाट है, उस गल्लां नूं परमेश्वर दे वचन दे नाल उस नूं भरना शुरू करते, ताकि वो भेड़ जिहड़ी है परमेश्वर दे वचन दे नाल सिद्धता दे विच वधदी जाए। सिद्धता दे वल, उस सिद्धता दे वल जिथे सिद्ध परमेश्वर पुत्र साडे लई स्वर्ग दे विच हमेशा लई सिफारिश करदा होया नजर आ रहा है। उस सिद्ध करता परमेश्वर पुत्र वल वाधे जाण। उन्हां नूं इस सेवकाई दित्ती गई है। वो झुंड दी अगवाई करदे अते भोजन दिंदे हन। उन्हां दी सेवकाई एक बुद्धिमान सलाह देण अते सुधारण अते उत्साहित करन अते तसल्ली देण लई हुंदी है। ये पासवान दे काम है, और ये पासवानां दे लई नियुक्त कीते होए काम है जो साडे विच दसे गए। जदों असीं इस गल नूं समझदे हां तां ये गल्लां जिहड़ियां बाइबल दे विच कई जगह दे उत्ते दसिया गया, जिन्हां नूं बजुर्ग भी आख्या गया। बजुर्गां दे निमित्त उन्हां दे लई कई जिम्मेदारियां, जिन्हां नूं निगाहवान भी आख्या जांदा है, और उन्हां निगाहवानां दे तौर ते भी उन्हां नूं सिक्ख्या दित्ती जांदी है। रसूलां पौलुस रसूल ने ये नबियां नूं बजुर्गां नूं नियुक्त कीता सी। असीं ये रसूलां दे करतब 14 अध्याय मैं आप दे लई पढ़ दिंदा हां। रसूलां दे करतब उसके 14 अध्याय दे विच ये गल स्पष्ट लिखी गई है, क्योंकि कलीसिया दे विच मजबूत करन वाले लोग भी होने चाहिए हन। रसूलां दे करतब 14 अध्याय उसकी 22 ਅਤੇ 23 आयत ਦੇ ਵਿੱਚ ਲਿਖਿਆ, और चेलियां ਦੇ ਮਨਾਂ ਨੂੰ ਤਗੜੇ ਕਰਦਿਆਂ, ਪੌਲਸ ਰਸੂਲ ਦੇ ਬਾਰੇ ਲਿਖਿਆ, ਚੇਲਿਆਂ ਦੇ ਮਨਾਂ ਨੂੰ ਤਗੜੇ ਕਰਦਿਆਂ ਔਰ ਇਹ ਉਪਦੇਸ਼ ਦਿੰਦੇ ਸਨ ਕਿ ਨੇਚਾ ਵਿੱਚ ਬਣੇ ਰਹੋ, ਅਤੇ ਕਿਹਾ ਭਾਈ ਅਸੀਂ ਬਹੁਤ ਵਿਪਤਾ ਸਹਿ ਕੇ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਹੈ। ਜਿਹੜਾ ਕੋਈ ਪ੍ਰਚਾਰਕ ਤੁਹਾਨੂੰ ਕਹਿੰਦਾ ਹੈ ਨਾ ਕਿ ਆਪਣਾ ਕੋਈ ਦੁੱਖ ਨਹੀਂ ਹੋਊਗਾ, ਕੋਈ ਕਸ਼ਟ ਨਹੀਂ ਹੋਊਗਾ, ਉਹ ਝੂਠਾ ਹੈ, ਉਹਨੂੰ ਆਪਣੇ ਵਿੱਚੋਂ ਕੱਢ ਦਿਓ। ਵਚਨ ਦੇ ਵਿੱਚ ਸਾਫ਼ ਲਿਖਿਆ ਹੈ। ਔਰ ਪੌਲਸ ਰਸੂਲ ਤਿਮੋਥੀਅਸ ਦੀ ਪੱਤਰੀ ਦੇ ਵਿੱਚ ਕਹਿੰਦਾ ਹੈ, ਪਹਿਲੀ ਪੱਤਰੀ 6 ਅਧਿਆਇ ਦੇ ਵਿੱਚ, ਜਿੰਨੇ ਮਸੀਹ ਯਸੂ ਵਿੱਚ ਉਹ ਸਭ ਸਤਾਏ ਜਾਣਗੇ। ਡੈਟ ਇਜ਼ ਕਲੀਅਰ। ਜਿਹੜਾ ਕੋਈ ਪ੍ਰਚਾਰਕ ਤੁਹਾਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੰਦਾ ਹੈ ਜਾਂ ਇਸ ਤਰ੍ਹਾਂ ਦੇ ਤੁਹਾਨੂੰ ਆਪਣਾ ਫੁੱਲੀਆਂ ਦਿੰਦਾ ਹੈ, ਉਹਨੂੰ ਆਪਣੇ ਵਿੱਚ ਕਹਿ ਦਿਓ ਭਾਈ ਇਹ ਬੰਦ ਕਰ। ਇਹ ਵਚਨ ਦੇ ਅਨੁਸਾਰ ਨਹੀਂ। 23 ਆਇਤ ਜਾਂ ਉਹਨਾਂ ਨੇ ਹਰੇਕ ਕਲੀਸਿਆ ਵਿੱਚੋਂ ਉਹਨਾਂ ਦੇ ਲਈ ਬਜ਼ੁਰਗ ਠਹਿਰਾਏ ਅਤੇ ਵਰਤਨਾ ਪ੍ਰਾਰਥਨਾ ਕੀਤੀ, ਉਹਨਾਂ ਨੂੰ ਪ੍ਰਭੂ ਦੇ ਹੱਥ ਸੌਂਪ ਦਿੱਤਾ ਜਿਹਦੇ ਉੱਤੇ ਉਹਨਾਂ ਨੇ ਨਿਹਚਾ ਕੀਤੀ ਸੀ। ਇਹਦਾ ਮਤਲਬ ਬਜ਼ੁਰਗਾਂ ਦੀ ਨਿਯੁਕਤੀ ਉੱਥੇ ਕੀਤੀ ਗਈ। ਕਾਹਦੇ ਲਈ? ਕਲੀਸਿਆ ਦੇ ਝੁੰਡ। ਕਿਉਂਕਿ ਪ੍ਰਚਾਰਕ ਪੌਲਸ ਤੇ ਬਰਨਾਬਾਸ ਪ੍ਰਚਾਰਕ ਸੀ, ਉਹ ਬਾਹਰ ਚਲੇ ਜਾਂਦੇ ਸੀ, ਫਿਰ ਕਲੀਸਿਆ ਨੂੰ ਕੌਣ? ਉਹਦੇ ਲਈ ਉਹਨਾਂ ਨੇ ਬਜ਼ੁਰਗ ਨਿਯੁਕਤ ਕੀਤੇ ਸੀ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦਾ ਬੋਧ ਅਤੇ ਗਿਆਨ ਸੀ, ਜਿਹੜੇ ਬਚਨ ਦੇ ਨਾਲ ਦਿਨ ਪ੍ਰਤੀ ਦਿਨ ਪ੍ਰਤੱਖ ਹੁੰਦੇ ਹੋਏ ਅੱਗੇ ਵਧ ਰਹੇ ਸੀ। ਇਸ ਲਈ ਉਹਨਾਂ ਨੂੰ ਪਾਸਵਾਨੀ ਦੇ ਲਈ ਨਿਯੁਕਤ ਕੀਤਾ ਗਿਆ। ਕੱਲ ਮੈਂ ਦੂਸਰੇ ਜਿਹੜੇ ਹੋਰ ਵਰਦਾਨ ਹੈ ਉਹਨਾਂ ਦੇ ਨਾਲ ਆਪ ਦੇ ਨਾਲ ਮਿਲਾਂਗਾ, ਆਪ ਦੇ ਨਾਲ ਇਸੇ ਤਰੀਕੇ ਦੇ ਨਾਲ ਗੱਲ ਕਰਾਂਗਾ। ਜੋ ਪਰਮੇਸ਼ਰ ਨੇ ਬੁਲਾਹਟ ਦੇ ਵਿੱਚ ਤੁਹਾਨੂੰ ਸੇਵਾ ਦਿੱਤੀ ਹੈ, ਦਾਨ ਦਿੱਤਾ ਹੈ, ਉਸ ਦੇ ਅਨੁਸਾਰ ਅਸੀਂ ਆਪਣੇ ਆਪ ਦੇ ਵਿੱਚ ਲੱਗਣਾ ਹੈ, ਤਾਂ ਕਿ ਉਸ ਦਾਨ ਦੇ ਨਾਲ ਮੈਂ ਸੇਵਾ ਕਰਦਾ ਹੋਇਆ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਤੋਂ ਪ੍ਰਤੀਫਲ ਪ੍ਰਾਪਤ ਕਰਨ ਵਾਲਾ ਹੋਵਾਂ। ਆਪਣੇ ਜੀਵਨ 'ਚ ਪਛਾਣਨਾ ਹੈ ਪ੍ਰਭੂ ਨੇ ਮੈਨੂੰ ਕਿਹੜੀ ਸੇਵਾ ਦਿੱਤੀ ਹੈ,
ਕਿਸ ਸੇਵਾ ਦੇ ਨਿਮਿਤ ਉਸਨੇ ਮੈਨੂੰ ਸੱਦਿਆ ਹੈ ਔਰ ਉਸ ਦੀ ਪਛਾਣ ਦੇ ਵਿੱਚ ਵਧਣਾ ਹੈ। ਉਸ ਦੇ ਲਈ ਮੈਂ ਆਪ ਨੂੰ ਦੱਸ ਦਿੱਤਾ, ਪ੍ਰਾਰਥਨਾ ਕਰਨੀ ਹੈ। ਪੌਲਸ ਅਤੇ ਵਰਨਾਵਾਸ ਨੇ ਪ੍ਰਾਰਥਨਾ ਕੀਤੀ, ਕਲੀਸਿਆ ਨੇ ਪ੍ਰਾਰਥਨਾ ਕੀਤੀ, ਤਾਂ ਉਹਨਾਂ ਦੇ ਵਰਦਾਨ ਜਿਹੜੇ ਸੀ ਉਹਨਾਂ ਦੇ ਸਾਹਮਣੇ ਪ੍ਰਗਟ ਹੋ ਗਏ ਅਤੇ ਉਸ ਸੇਵਾ ਦੇ ਕਾਰਜਾਂ ਵਿੱਚ ਲੱਗ ਗਏ। ਅਸੀਂ ਆਪਣੇ ਆਪ ਨੂੰ ਆਪਣੇ ਪਰਮੇਸ਼ਰ ਦੀ ਬੁਲਾਹਟ ਨੂੰ ਪ੍ਰਾਪਤ ਕਰਦਿਆਂ ਹੋਇਆਂ ਉਸ ਦਿਸ਼ਾ ਵੱਲ ਵਧਣਾ ਹੈ। ਪ੍ਰਭੂ ਉਸ ਦੇ ਵੱਲ ਸਾਨੂੰ ਵਧਣ ਦੇ ਲਈ ਮਦਦ ਕਰੇ। ਸਾਰਿਆਂ ਨੂੰ ਜੈ ਮਸੀਹ ਦੀ। ਮਾਰਾਨਾਥਾ।